Hello students, I am Lavleen Mehta from Government Senior Secondary School, Alampur Vakka, District Jalandhar. Now we will discuss difficult topics. Under this, I am going to explain glycolysis and Krebs cycle. ਹਾਂਜੀ ਬੇਟੇ ਗਲਾਈਕੋਲਿਸਿਸ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਇਟ ਇਜ਼ ਦ ਪ੍ਰੋਸੈਸ ਆਫ ਬ੍ਰੇਕਿੰਗ ਡਾਊਨ ਆਫ ਗਲੂਕੋਜ਼ ਇਜ਼ ਨੋਨ ਐਜ਼ ਗਲਾਈਕੋਲਿਸਿਸ ਇਟ ਟੇਕਸ ਪਲੇਸ ਵਿਦ ਔਰ ਵਿਦਾਊਟ ਆਕਸੀਜਨ ਇਹ ਆਕਸੀਜਨ ਤੋਂ ਬਿਨਾਂ ਵੀ ਹੋ ਸਕਦੀ ਹੈ ਅਤੇ ਆਕਸੀਜਨ ਦੀ ਮੌਜੂਦਗੀ ਵਿੱਚ ਵੀ ਹੋ ਸਕਦੀ ਹੈ ਗਲਾਈਕੋਲਿਸਿਸ ਪ੍ਰੋਡਿਊਸਿਸ 2 ਮਾਲੀਕਿਊਲਸ ਆਫ ਪਾਇਰੂਵੇਟ 2 ATP molecules 2 molecules of NADH and 2 molecules of water. It occurs in cytoplasm. There are 10 enzymes involved in the breakdown of sugar molecule and there are 10 steps, rather we divide into 10 steps for our memory sake or remembering it easily, organized by in the order which specifically enzymes act upon the system. Every step ਜਿਹੜਾ ਹੈ ਬੇਟਾ ਉਹ ਹਰ ਇੱਕ ਸਪੈਸੀਫਿਕ ਐਨਜ਼ਾਈਮ ਨਾਲ ਰਿਲੇਟਡ ਹੈ ਹਰ ਸਟੈਪ ਜਿਹੜਾ ਹੈ ਜਿਵੇਂ 10 ਤੇ 10 ਸਟੈਪਸ ਆਪਾਂ ਮੰਨ ਲਓ ਡਿਵਾਈਡ ਕਰ ਲੈਣੇ ਇਹਨੂੰ ਗਲਾਈਕੋਲਿਸਿਸ ਨੂੰ ਅਤੇ ਤੁਹਾਨੂੰ ਈਜ਼ੀਲੀ ਰਿਮੈਂਬਰ ਹੋ ਜਾਏਗਾ ਨਾਓ ਬੇਟੇ ਅਸੀਂ ਪੜ੍ਹਾਂਗੇ ਸਟੈਪਸ ਆਫ ਗਲਾਈਕੋਲਿਸਿਸ ਸਟੈਪ ਨੰਬਰ 1 ਵੈਨ ਐਨਜ਼ਾਈਮ ਹੈਕਸੋਕਾਈਨੇਜ਼ ਕਨਵਰਟਸ ਗਲੂਕੋਜ਼ ਪਹਿਲਾਂ ਪ੍ਰੋਡਕਟ ਹੈਗਾ ਹੈ ਸਭ ਤੋਂ ਪਹਿਲੇ ਗਲੂਕੋਜ਼ ਇਹਨੂੰ ਐਨਜ਼ਾਈਮ ਹੈਕਸੋਕਾਈਨੇਜ਼ ਜਿਹੜਾ ਹੈ ਗਲੂਕੋਜ਼ 6 ਫਾਸਫੇਟ ਵਿੱਚ ਕਨਵਰਟ ਕਰਦਾ ਹੈ ਪਹਿਲਾ ਗਲੂਕੋਜ਼ ਵੀ 6 ਕਾਰਬਨ ਐਟਮ ਹੈ ਗਲੂਕੋਜ਼ 6 ਫਾਸਫੇਟ ਜਿਹੜਾ ਹੈ ਉਹ ਵੀ 6 carbon atom है. The enzyme hexokinase converts glucose into glucose 6 phosphate. In this process, a phosphate group from ATP is transferred to glucose and one molecule of ATP is consumed. देखो बेटे एक phosphate group जड़ा है extra लग रहा है इस करके ਇਹਦਾ ਮਤਲਬ ਕਿ ਸਾਨੂੰ ATP ਮਾਲੀਕਿਊਲ ਚਾਹੀਦਾ ਹੈ ਜਿੱਦੋਂ ਤੋਂ ਕਿ ਇੱਕ ਐਕਸਟਰਾ ਮਿਲੇਗਾ ਆਪਾਂ ਨੂੰ ਫਾਸਫੇਟ ਗਰੁੱਪ ਕਿੱਥੋਂ ਆਉਣਾ ਹੈ ATP ਤੋਂ ATP ਜਿਹੜਾ ਹੈ ADP ਵਿੱਚ ਕਨਵਰਟ ਹੋ ਰਿਹਾ ਹੈ 1 ATP ਮਾਲੀਕਿਊਲ ਇਜ਼ ਕੰਜ਼ਿਊਮਡ ਹੇਅਰ ਇੱਥੇ ਆਪਾਂ ਨੂੰ ਇਹ ਦੇਖਣ ਦੀ ਲੋੜ ਹੈ ਕਿ ਕਿਹੜੇ ਕਿਹੜੇ ਸਟੈਪ 'ਤੇ ATP ਲੱਗਦਾ ਹੈ ਕਿੱਥੇ ADP ਬਣ ਰਿਹਾ ਹੈ ਕਿਉਂਕਿ ਜਿੱਥੇ ਫਾਸਫੇਟ ਗਰੁੱਪ ਜ਼ਿਆਦਾ ਚਾਹੀਦਾ ਆਪਾਂ ਨੂੰ ਇੱਕ ਅਟੈਚ ਹੋ ਰਿਹਾ ਹੈ ਉੱਥੇ ਫਾਸਫੇਟ ਲੱਗੇਗਾ ATP ਇਨਵੋਲਵ ਹੋਏਗਾ ਜਿੱਥੇ ਨਿਕਲ ਰਿਹਾ ਹੈ ਉੱਥੇ ADP ਜਿਹੜਾ ਹੈ ਪ੍ਰੋਡਿਊਸ ਹੋਏਗਾ Step number 2 enzyme phosphoglucomutase converts glucose 6 phosphate to fructose 6 phosphate ਬੇਟੇ ਦੂਜੇ ਸਟੈਪ ਵਿੱਚ ਕੀ ਹੈ ਐਨਜ਼ਾਈਮ ਦਾ ਨਾਮ ਅਸੀਂ ਸਭ ਤੋਂ ਪਹਿਲਾਂ ਯਾਦ ਕਰਨਾ ਕਿਹੜੇ ਸਟੈਪ ਵਿੱਚ ਕਿਹੜਾ ਐਨਜ਼ਾਈਮ ਯੂਜ਼ ਹੋ ਰਿਹਾ ਹੈ ਫਾਸਫੋਗਲੂਕੋਮਿਊਟੇਜ਼ ਕਿਉਂਕਿ ਇਹ ਫਾਸਫੇਟ ਗਲੂਕੋਜ਼ 6 ਫਾਸਫੇਟ 'ਤੇ ਐਕਟ ਕਰ ਰਿਹਾ ਉਹਦੇ ਨਾਮ ਤੋਂ ਹੀ ਇਹ ਬਣਿਆ ਹੈ ਫਾਸਫੋਗਲੂਕੋਮਿਊਟੇਜ਼ ਤਾਂ ਅਸੀਂ ਨਾਮ ਰਿਮੈਂਬਰਿੰਗ 'ਚ ਸਾਨੂੰ ਈਜ਼ੀ ਹੋ ਜਾਏਗਾ ਜੇਕਰ ਆਪਾਂ ਯਾਦ ਕਰਾਂਗੇ ਕਿਹੜੇ ਸਬਸਟ੍ਰੇਟ 'ਤੇ ਐਕਟ ਕਰ ਰਿਹਾ ਇਹ ਕੀ ਕਰਦਾ ਹੈ ਗਲੂਕੋਜ਼ 6 ਫਾਸਫੇਟ ਨੂੰ ਫਰਕਟੋਜ਼ 6 ਫਾਸਫੇਟ 'ਚ ਕਨਵਰਟ ਕਰ ਦਿੱਤਾ ਇਹਨੇ स्टेप नंबर 3 काइनेज फॉस्फोफ्रक्टोकाइनेज मतलब काइनेज एंजाइम है एक जिथे भी टुटना है ਜਾਂ ਉਹਨੂੰ ਆਪਾਂ ਫਿਰ ਕਾਈਨੇਜ਼ ਐਨਜ਼ਾਈਮ ਹੈ ਫਾਸਫੋਫਰਕਟੋਕਾਈਨੇਜ਼ ਜਿਹੜਾ ਹੈ ਉਹ ਇਹਨੂੰ ਤੋੜਦਾ ਹੈ ਫਿਰ ਯੂਜ਼ਸ ਅਨਦਰ ATP ਮਾਲੀਕਿਊਲ ਟੂ ਫਾਰਮ ਫਰਕਟੋਜ਼ 1,6 ਬਾਈਫਾਸਫੇਟ ਕਾਈਨੇਜ਼ ਫਾਸਫੋਫਰਕਟੋਕਾਈਨੇਜ਼ ਯੂਜ਼ਸ ਅਨਦਰ ATP ਮਾਲੀਕਿਊਲ ਟੂ ਫਾਰਮ ਫਰਕਟੋਜ਼ 1,6 ਬਾਈ ਹੁਣ ਇਹਦੇ 'ਚ ਦੇਖੋ ਆਪਾਂ ਦੇਖਿਆ ਕਿ ਐਨਜ਼ਾਈਮ ਕਾਈਨੇਜ਼ ਹੈ ਜਿਹੜਾ ਕਿ ATP ਮਾਲੀਕਿਊਲ ਨੂੰ ਯੂਜ਼ ਕਰਕੇ ਫਿਰ ਦੁਬਾਰਾ 1,6 ਬਾਈਫਾਸਫੇਟ 2 ਫਾਸਫੇਟ ਗਰੁੱਪ ਲੱਗੇ ਇਹਦਾ ਮਤਲਬ ਇੱਕ ATP ਇੱਥੇ ਹੋਰ ਕੰਜ਼ਿਊਮ ਹੋ ਗਿਆ ਆਪਾਂ ਇਹ ਦੇਖਣਾ ਕਿ ਕਿਹੜੇ ਸਟੈਪ ਵਿੱਚ ATP ਕੰਜ਼ਿਊਮ ਹੋ ਰਿਹਾ ਹੈ ਹੁਣ ਬਣ ਗਿਆ ਆਪਣੇ ਕੋਲ ਬੇਟਾ ਫਰਕਟੋਜ਼ 1,6 ਬਾਈਫਾਸਫੇਟ ਜਿਹੜਾ ਕਿ 6 ਕਾਰਬਨ ਮਾਲੀਕਿਊਲ ਹੈ ਨੈਕਸਟ ਬੇਟੇ ਚੌਥਾ ਸਟੈਪ ਆਪਾਂ ਇਹਨੂੰ ਯਾਦ ਰੱਖਣ ਲਈ ਕਰਦੇ ਹਾਂ ਇਹਦੇ ਵਿੱਚ ਐਨਜ਼ਾਈਮ ਯਾਦ ਰੱਖਣਾ ਐਲਡੀਹਾਈਡ ਤੇ ਕੀਟੋਨ ਤੋਂ ਯਾਦ ਰੱਖ ਲਓ ਐਨਜ਼ਾਈਮ ਦਾ ਨਾਮ एल्डोलेज जड़ा है एंजाइम एल्डोलेज स्प्लिट फ्रक्टोज 1,6 बाईफास्फेट इंटू ए कीटोन एंड एल्डिहाइड मालीक्यूल जिन्हों कि आप कहांगे ग्लिसरल्डिहाइड 3 फॉस्फेट दैन डाईहाइड्रोक्सी एसीटोन फॉस्फेट ये 3 कार्बन ये पॉइंट नोट करने वाला बेटा इत्थे पहला 6 कार्बन एटम सीगा मालीक्यूल सी उस तो बाद 3 कार्बन के 2 ਜਿਹੜੇ ਹੈ ਮਾਲੀਕਿਊਲਸ ਉਹਨਾਂ ਵਿੱਚ ਐਲਡੀਹਾਈਡ ਤੇ ਕੀਟੋਨ ਵਿੱਚ ਟੁੱਟ ਗਿਆ ਹੈ ਸਪਲਿਟ ਹੋ ਗਿਆ ਇਟ ਇਜ਼ ਰਿਵਰਸੀਬਲ ਪ੍ਰੋਸੈਸ ਬੁੱਕ 'ਚ ਵੀ ਤੁਹਾਨੂੰ ਪਤਾ ਦੇਖਿਆ ਹੋਏਗਾ ਤੁਸੀਂ ਇਹ ਰਿਵਰਸੀਬਲ ਐਰੋ ਸ਼ੋ ਕੀਤਾ ਹੋਇਆ ਹੈ ਤੁਹਾਡੀ NCERT ਦੀ ਬੁੱਕ ਵਿੱਚ ਮਤਲਬ ਰਿਵਰਸੀਬਲ ਹੈ ਇਹ ਦੋਨੇ ਐਲਡੀਹਾਈਡ ਤੇ ਕੀਟੋਨ ਮਾਲੀਕਿਊਲਸ ਆਰ ਫਾਰਮਡ ਇਹ ਸਾਡੇ ਕੋਲ 3 ਕਾਰਬਨ ਐਟਮਸ ਦੇ 2 ਮਾਲੀਕਿਊਲਸ ਬਣ ਗਏ ਹਨ ਫਿਰ ਆ ਗਿਆ ਬੇਟੇ ਐਨਜ਼ਾਈਮ ਆਈਸੋਮਰੇਜ਼ ਕਨਵਰਟ DHAP ਇਨਟੂ GAP ਫਿਰ ਉਸ ਤੋਂ ਬਾਅਦ ਇਹਨਾਂ ਨੂੰ DHAP ਜਿਹੜਾ ਹੈ GAP 'ਚ ਕਨਵਰਟ ਹੋ ਗਿਆ ਫਿਰ ਐਨਜ਼ਾਈਮ ਡੀਹਾਈਡਰੋਜੀਨੇਜ਼ ਨੈਕਸਟ ਸਟੈਪ 6 ਡੀਹਾਈਡਰੋਜੀਨੇਜ਼ ਐਨਜ਼ਾਈਮ ਸਰਵ 2 ਫੰਕਸ਼ਨਸ ਫਸਟ ਡੀਹਾਈਡਰੋਜੀਨੇਟਸ GAP ਐਂਡ ਫਾਰਮੇਸ਼ਨ ਆਫ NADH ਹੁਣ ਇਹਦੇ ਵਿੱਚ NADH ਬਣਦਾ ਹੈ ਅਤੇ ਹਾਈਡਰੋਜਨ ਆਇਨ ਇਹਦੇ 'ਚ ਕੀ ਰਿਡਕਸ਼ਨ ਹੋਊਗੀ ਇਹਦੇ ਵਿੱਚ ਇਸ ਸਟੈਪ ਵਿੱਚ ਹੁਣ ਰਿਡਕਸ਼ਨ ਹੋਣੀ ਹੈ ਕਿ ਜਿਹਦੇ ਵਿੱਚ ਕੀ NADH ਐਂਡ ਹਾਈਡਰੋਜਨ ਆਇਨ 'ਚ ਕਨਵਰਟ ਹੋ ਜਾਣਾ ਹੈ ਸਟੈਪ ਨੰਬਰ 7 ਦ ਐਨਜ਼ਾਈਮ
Glycerokinase transfers a phosphate from BPG to molecule or from to form ATP. This action yields 3 phosphoglycerate molecule and 2 ATP molecules are formed. ਇਹਦੇ 'ਚ ਕੀ ਹੈ 1,3 ਬਾਈਫਾਸਫੋਗਲਿਸਟਰਿਕ ਐਸਿਡ ਸੀ ਪਹਿਲੇ, ਉਸ ਤੋਂ ਬਾਅਦ ਬਣ ਗਿਆ 3 ਫਾਸਫੋਗਲਿਸਟਰਿਕ ਐਸਿਡ। ਇਹਦਾ ਮਤਲਬ ਇੱਕ ਫਾਸਫੇਟ ਗਰੁੱਪ ਜਿਹੜਾ ਹੈ ਉਹ ਰਿਮੂਵ ਹੋ ਜਾਣਾ ਹੈ ਤੇ ADP ਜਿਹੜਾ ਹੈ ਇੱਥੇ ATP ਬਣਨਾ, ADP ਤੋਂ ATP 'ਚ ਕਨਵਰਟ ਹੋ ਜਾਣਾ ਹੈ ਕਿਉਂਕਿ ਇਹਦੇ ਵਿੱਚ ਰਿਮੂਵਲ ਆਫ ਫਾਸਫੇਟ ਗਰੁੱਪ ਹੋਇਆ। ਪਹਿਲੇ ਸੀਗਾ 1,3 ਬਾਈਫਾਸਫੋਗਲਿਸਟਰਿਕ ਐਸਿਡ ਦੈਨ 3 ਫਾਸਫੋਗਲਿਸਟਰਿਕ ਐਸਿਡ, ਜਦੋਂ ਇੱਕ ਫਾਸਫੇਟ ਗਰੁੱਪ ਕੱਟ ਗਿਆ ਨੈਚੁਰਲੀ ADP ਜਿਹੜਾ ਹੈ ATP 'ਚ ਕਨਵਰਟ ਹੋ ਗਿਆ ਹੈ। ਉਸ ਤੋਂ ਬਾਅਦ ਬੇਟਾ ਸਟੈਪ ਨੰਬਰ A7 ਸੀਗਾ ਸਟੈਪ ਨੰਬਰ, ਤੇ ਇਹਦੇ 'ਚ ਲਾਸਟ ਪ੍ਰੋਡਕਟ ਸਾਡਾ ਕਿਹੜਾ ਆਇਆ ਫਾਸਫੋਗਲਿਸਟਰੇਟ ਮਾਲੀਕਿਊਲ ਜਿਹੜਾ ਹੈ ਬਣ ਗਿਆ ਹੈ ਵਿਦ ਦ ਫਾਰਮੇਸ਼ਨ ਆਫ ATP ਆਲਸੋ। ਨੈਕਸਟ ਬੇਟਾ ਸਟੈਪ ਨੰਬਰ 8 enzyme phosphoglyceromutase. This relocates the phosphate group of 3 phosphoglyceric acid molecule to form third to second carbon, मतलब पहले third carbon तो second carbon to form 2 phosphoglycerate molecules. 2 phosphoglycerate molecule की बनना है फिर इस तो बाद 2 phosphoglycerate molecule, 2 molecules बनने हैं। पहले 3 कार्बन सी और इस तो बाद सिर्फ ट्रांसलोकेशन हुई है, सिर्फ ट्रांसलोकेशन हुई है, relocates the P of 3 PGA molecules from form third to second carbon to form 2 phosphoglycerate molecule. Step number 9 the enzyme enolase. Enolase enzyme removes a molecule of water. ਇਹਦੇ 'ਚ ਹੁਣ ਵਾਟਰ ਦਾ ਰਿਮੂਵਲ ਹੋਣਾ ਹੈ 9th ਸਟੈਪ ਵਿੱਚ। ਇੱਥੇ ਆਪਾਂ ਦੇਖਣਾ ਹੈ ਕਿ ਕਿਹੜੇ ਸਟੈਪ ਵਿੱਚ ਵਾਟਰ ਦਾ ਰਿਮੂਵਲ ਹੋਇਆ। ਟੂ ਫਾਰਮ ਫਾਸਫੋਇਨੋਲ ਪਾਇਰੂਵੇਟ ਬਣ ਗਿਆ ਹੈ, ਟੂ ਫਾਰਮ ਇਹਦੇ ਤੋਂ ਫਾਰਮ ਫਾਸਫੋਇਨੋਲ ਪਾਇਰੂਵੇਟ ਤੋਂ ਬਣਿਆ ਹੈ ਫਾਸਫੋਇਨੋਲ ਪਾਇਰੂਵੇਟ PEP ਵਾਟਰ ਮਾਲੀਕਿਊਲ ਦੀ ਰਿਮੂਵਲ ਦੁਆਰਾ। ਸਟੈਪ ਨੰਬਰ 10 ਦ ਐਨਜ਼ਾਈਮ ਪਾਇਰੂਵੇਟ ਕਾਈਨੇਜ਼ ਟ੍ਰਾਂਸਫਰ ਫਾਸਫੋਏਟ ਗਰੁੱਪ ਫਰੋਮ PEP ਟੂ ADP ਟੂ ਫਾਰਮ ਪਾਇਰੂਵੇਟ ਐਂਡ ATP। 10ਵਾਂ ਲਾਸਟ ਸਟੈਪ ਵਿੱਚ ਕੀ ਆਇਆ ਬੇਟਾ ਫਾਸਫੋਇਨੋਲ ਪਾਇਰੂਵੇਟ ਤੋਂ ਫਿਰ ਦੁਬਾਰਾ ATP ਇੱਕ ਫਾਸਫੇਟ ਗਰੁੱਪ ਨਿਕਲ ਜਾਣਾ ਹੈ। ਇਹਦਾ ਮਤਲਬ ਫਿਰ ADP ਤੋਂ ATP ਬਣਨਾ ਹੈ। ਹੁਣ ਜਦੋਂ ਇੱਕ ਫਾਸਫੇਟ ਗਰੁੱਪ ਨਿਕਲਿਆ 1 ATP molecule is formed and 2 molecules of pyruvic acid which is of 3 carbon atom which is produced। ਇਹ ਸਾਡੇ ਕੋਲ ਲਾਸਟ ਸਟੈਪ ਸੀ। ਹੁਣ ਆਪਾਂ ਬੇਟੇ ਲਾਸਟ ਸਟੈਪ ਦੇ ਵਿੱਚ ਕੀ ਬਣਿਆ ਸਾਡੇ ਕੋਲ ਦੇਖਣਾ ਹੈ ਕਿ ਲਾਸਟ ਸਟੈਪ ਵਿੱਚ ਪਾਇਰੂਵੇਟ ਕਾਈਨੇਜ਼ ਜਿਹੜਾ ਹੈ ਟ੍ਰਾਂਸਫਰਸ P from PEP and pyruvate and ATP is produced। ਲਾਸਟ ਪ੍ਰੋਡਕਟ ਜਿਹੜਾ ਹੈ ਪਾਇਰੂਵਿਕ ਐਸਿਡ ਬਣ ਗਿਆ ਸਾਡੇ ਕੋਲ। ਇਟ ਇਜ਼ ਦ ਲਾਸਟ ਪ੍ਰੋਡਕਟ ਆਫ ਗਲਾਈਕੋਲਿਸਿਸ। ਹੁਣ ਬੇਟੇ ਰਿਜ਼ਲਟ ਆਫ ਗਲਾਈਕੋਲਿਸਿਸ ਜਿਹੜਾ ਪ੍ਰੋਸੈਸ ਹੈ ਸਾਰਾ ਫਿਰ ਆਪਾਂ ਐਂਡ 'ਤੇ ਜਾ ਕੇ ਕਨਕਲੂਡ ਕਰਾਂਗੇ ਕਿ ਸਾਨੂੰ ਇਹਦੇ 'ਚੋਂ ਕੀ ਰਿਜ਼ਲਟਸ ਮਿਲੇ। ਗਲਾਈਕੋਲਿਸਿਸ ਰਿਜ਼ਲਟਸ 3 ਪ੍ਰੋਡਕਟਸ। ਨੰਬਰ 1 2 molecules of pyruvate, 2 molecules of ATP are produced, 2 molecules of NADH। ਠੀਕ ਹੈ, ਇਹ ਸਾਡੇ ਕੋਲ ਚੀਜ਼ਾਂ ਜਿਹੜੀਆਂ ਨੇ ਪ੍ਰੋਡਕਟ ਦੀ ਫਾਰਮ 'ਚ ਪ੍ਰੋਡਿਊਸ ਹੋਈਆਂ ਨੇ ਡਿਊਰਿੰਗ ਗਲਾਈਕੋਲਿਸਿਸ। ਇਹਨੂੰ ਇਕੁਏਸ਼ਨ ਆਪਾਂ ਸਮ ਅਪ ਇਸ ਤਰ੍ਹਾਂ ਕਰਾਂਗੇ ਗਲੂਕੋਜ਼ ਪਲੱਸ 2 NAD ਪਲੱਸ 2 ADP molecules plus 2 phosphate groups Pi give rise to 2 pyruvate molecules plus 2 NADH plus 2 H positive, 2 ATP molecules are formed, 2 water molecules are formed। ठीक है, ਇਹਦੇ ਐਡਵਾਂਟੇजेस ਕੀ ਨੇ ਬੇਟਾ ਗਲਾਈਕੋਲਿਸਿਸ ਕਿਉਂ ਹੁੰਦਾ ਹੈ? Advantages because it is the source of energy in the form of ATP, it gives us the source of energy in the form of ATP and it is the fuel for other pathways also। इट इज़ एनारोबिक जड़ियाँ है ने प्लांट होना भी होंगे, इस करके वैन देयर इज़ नो ऑक्सीजन और एब्सेंस ऑफ ऑक्सीजन दिस कैन आल्सो वर्क एंड टेक्स प्लेस फॉर इट इज़ फ्यूल फॉर अदर पाथवेज, मतलब इट गिव्स एनर्जी टू द अदर पाथवेज आल्सो। ये सी बेटा ग्लाइकोलिसिस का प्रोसीजर। हुण आपां एक बारी फिर तो वाइंड अप करिए सारा। सब तो पहले प्रोसैस की है ग्लूकोज जिहड़ा है 6 कार्बन एटम तो बनया है, वो ग्लूकोज 6 फॉस्फेट कन्वर्ट होंदा है, फिर फ्रक्टोज 6 फॉस्फेट कन्वर्ट होंदा है, फिर उस तो बाद प्रोडक्ट आ जाना 1,6 फ्रक्टोज 1,6 बाईफॉस्फेट, फिर ट्रायोज फॉस्फेट एंड दैन ट्रायोज फॉस्फेट दूसरा एल्डिहाइड ते कीटोन, उस तो बाद 1,3 फॉस्फोग्लिसरिक एसिड, दैन ट्रायोज फॉस्फेट, दैन 3 फॉस्फोग्लिसरिक एसिड, 2 फॉस्फोग्लिसरेट, दैन सारे स्टैप्स जड़े हैं फॉस्फोइनोल पायरूवेट एंड दैन लास्ट इज़ 2 molecules ऑफ पायरूविक एसिड। इनू तुसी फ्लो चार्ट की फॉर्म में लर्न कर सकते हो। ये एवरी स्टैप जिमें ATP कित्थे निकलता किहड़े विच आके जिमें पहले स्टैप ते निकल रहा है, फिर तीसरे ते, फिर उस तो बाद आके
6ਵੇਂ 9ਵੇਂ ਤੇ ਜਾ ਕੇ ਨਿਕਲ ਰਿਹਾ ਤੇ ਵਾਟਰ ਮਾਲੀਕਿਊਲ ਕਿੱਥੇ ਨਿਕਲ ਰਿਹਾ ਹੈ, NAD ਕਨਵਰਟ ਹੋ ਰਿਹਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਫਲੋ ਚਾਰਟ ਦੀ ਫਾਰਮ 'ਚ ਬੈਟਰ ਹੈ ਕਿ ਤੁਸੀਂ ਐਂਜ਼ਾਈਮ ਵੀ ਨਾਲ ਹੀ ਕਰ ਲਓ, ਐਂਜ਼ਾਈਮ ਐਡ ਕਰ ਲਓ ਤਾਂ ਕਿ ਤੁਹਾਨੂੰ ਲਰਨ ਇੱਕੋ ਹੀ ਫਲੋ ਚਾਰਟ ਤੋਂ ਸਾਰੀਆਂ ਚੀਜ਼ਾਂ ਲਰਨ ਹੋ ਜਾਣ। ਤੇ ਹੋਪ ਹੈ ਕਿ ਬੇਟੇ ਤੁਸੀਂ ਇਹਨੂੰ ਅੱਛੀ ਤਰ੍ਹਾਂ ਸਮਝ ਲਿਆ ਹੋਏਗਾ ਤੇ ਇਹਨੂੰ ਤੁਹਾਡੇ ਲਈ ਇਹ ਬਹੁਤ ਹੀ ਈਜ਼ੀ ਹੋਏਗਾ ਲਰਨ ਕਰਨਾ। ਹਾਂਜੀ ਬੇਟੇ, ਹੁਣ ਆਪਾਂ ਨੈਕਸਟ ਇਹਦਾ ਟੌਪਿਕ ਇਹਦੇ ਅੰਡਰ ਹੈ ਕ੍ਰੈਬਸ ਸਾਈਕਲ, ਜਿਹਨੂੰ ਕਿ ਸਿਟਰਿਕ ਐਸਿਡ ਸਾਈਕਲ ਵੀ ਕਿਹਾ ਜਾਂਦਾ ਹੈ। ਹੁਣ ਆਪਾਂ ਇਹਦੇ 'ਚ ਦੇਖਾਂਗੇ ਕਿ ਕ੍ਰੈਬਸ ਸਾਈਕਲ ਕੀ ਹੈ, ਵਟ ਇਜ਼ ਕ੍ਰੈਬਸ ਸਾਈਕਲ। ਪਹਿਲੇ ਆਪਾਂ ਫੰਡਾਮੈਂਟਲ ਦਾ ਸਾਈਕਲ ਦਾ ਨੌਲੇਜ ਲੈਂਦੇ ਹਾਂ ਕਿ ਐਸੀਟਾਈਲ ਕੋਐਂਜ਼ਾਈਮ A which is of 2 carbon, it combines with oxalic acid, then permanent stable compound is citric acid, 6 carbon atom, that is why it is called citric acid cycle. Then it changes into alpha glutaric acid which is of 5 carbon atom, then again removal of phosphate group and formation of succinic acid, then malic acid, oxaloacetic acid. Succinic acid of 4 carbon atom, that means कि एक phosphate group फिर उतर गया है। फिर उस तो बाद मैलिक एसिड 4 कार्बन, ऑक्सैलोएस्टिक एसिड 4 कार्बन, ये कोई और चेंज नहीं है, अरेंजमेंट चेंज आई है सिर्फ इस करके। और सारा सर्कल जड़ा है सिट्रिक एसिड साइकिल इनू कहा जाता है। ये आप हुण वारी वारी इसनों भी स्टैप स्विच करके ताकि साडे लई ईजी हो जाए समझना, इनू वारी वारी असीं स्टैप वाइज करांगे। पहले है की है नाउ बटे असीं करांगे क्रैब साइकिल। ਇਹਦੇ ਵਿੱਚ ਕੀ ਹੈ, ਇਹਨੂੰ ਸਭ ਤੋਂ ਪਹਿਲੇ ਤੇ ਇਟ ਇਜ਼ ਦ ਸੈਕੰਡ ਸਟੇਜ ਆਫ ਸੈਲੂਲਰ ਰੈਸਪੀਰੇਸ਼ਨ। ਈਚ ਸਟੈਪ ਇਜ਼ ਕੈਟਾਲਾਈਜ਼ਡ ਬਾਈ ਅ ਸਪੈਸੀਫਿਕ ਐਂਜ਼ਾਈਮ just like glycolysis. A molecule of acetyl coenzyme A CoA to generate 1 ATP molecule, 3 NADH, 1 FADH2, 2 carbon dioxide and 3H positive. ਹੁਣ ਆਪਾਂ ਪਹਿਲੇ ਵਾਰੀ ਵਾਰੀ ਦੇਖਾਂਗੇ। ਸਭ ਤੋਂ ਪਹਿਲੇ ਫਸਟ ਆਫ ਆਲ ਸਿਟਰਿਕ ਐਸਿਡ, the 2 carbon acetyl groups of acetyl coenzyme A is added to 4 carbon to form 6 carbon citrate. ਇਸ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਹੈ ਕਿ ਕਿਉਂਕਿ 6 ਕਾਰਬਨ ਐਟਮ ਹੈ ਇਸ ਕਰਕੇ ਮੋਲੀਕੂਲ ਹੈ। ਸਿਟਰਿਕ ਐਸਿਡ ਜਿਹੜਾ ਹੈ 2 ਕਾਰਬਨ ਗਰੁੱਪਸ ਆਫ ਐਸੀਟਾਈਲ ਕੋਏ ਐਡਡ ਇਨ ਦ 4 ਕਾਰਬਨ ਆਫ ਆਕਜ਼ੈਲਿਕ ਐਸਿਡ ਟੂ ਫਾਰਮ 6 ਕਾਰਬਨ ਸਿਟਰੇਟ। ਫਿਰ ਸਾਡੇ ਕੋਲ ਸਭ ਤੋਂ ਪਹਿਲੇ ਬਣ ਗਿਆ ਕਾਰਬਨ ਸਿਟਰੇਟ। ਸੈਕਿੰਡ ਐਕੋਨਾਈਟੇਜ਼, ਸਿਟਰੇਟ loses a molecule of water and citric acid is converted into isomer isocitrate. It is converted into isocitrate. ये सी बेटे दे दो steps. Now Krebs cycle, third step. Isocitrate loses 1 molecule of carbon dioxide and is oxidized forming a 5 carbon atom. Alpha ketoglutarate molecule is formed. A molecule of carbon dioxide is removed and NAD is reduced to NADH and H positive in this process. ਇਹਦੇ ਵਿੱਚ ਬੇਟੇ ਆਈਸੋਸਿਟਰੇਟ ਜਿਹੜਾ ਹੈ ਕਦੇ ਵਿੱਚ ਕਨਵਰਟ ਹੋ ਰਿਹਾ ਹੈ ਐਲਫਾ ਕੀਟੋਗਲੂਟਰੇਟ ਇਜ਼ ਫਾਰਮਡ। then alpha ketoglutarate is converted into a 4 carbon succinyl CoA. A molecule of CO2 is removed and NAD is again reduced to NADH and H positive. ਹੁਣ ਫਿਰ ਦੁਬਾਰਾ ਬੇਟਾ ਅਸੀਂ ਇਹ ਧਿਆਨ ਰੱਖਣਾ ਹੈ ਕਿ ਐਲਫਾ ਕੀਟੋਗਲੂਟਰੇਟ ਜਿਹੜਾ ਹੈ ਇਹਦੇ ਵਿੱਚੋਂ ਫਿਰ ਦੁਬਾਰਾ ਇੱਕ ਕਾਰਬਨ ਡਾਈਆਕਸਾਈਡ ਦਾ ਮਾਲੀਕਿਊਲ ਨਿਕਲ ਰਿਹਾ ਹੈ। ਫਿਰ NAD ਜਿਹੜਾ ਹੈ ਨਾਲ ਦੀ ਨਾਲ ਰਿਡਕਸ਼ਨ ਹੋ ਕੇ NADH ਐਂਡ H ਪੋਜ਼ਿਟਿਵ 'ਚ, ਅਤੇ ਫਿਰ ਜ਼ਿਆਦਾ ਇਹ ਧਿਆਨ ਰੱਖਣ ਦੀ ਗੱਲ ਹੈ ਕਿ ਕਿਹੜੇ ਸਟੈਪ ਵਿੱਚ NAD ਪੋਜ਼ਿਟਿਵ NADH ਪੋਜ਼ਿਟਿਵ ਵਿੱਚ ਕਨਵਰਟ ਹੋ ਰਿਹਾ ਹੈ। ਨੈਕਸਟ, CoA is removed from the succinyl CoA molecule and replaced by a phosphate group. The phosphate group is then removed and attached to guanosine diphosphate and thereby forming guanosine triphosphate. ਹੁਣ ਬੇਟੇ GDP ਤੋਂ GTP ਬਣਿਆ ਹੈ ਕਿਉਂਕਿ ਡਾਈਫੋਸਫੇਟ ਤੋਂ ਟ੍ਰਾਈਫੋਸ ਬਣ ਰਿਹਾ ਹੈ। ਨੈਚੁਰਲੀ 1 phosphate group is again added. The final product from removal of CoA from succinyl coenzyme A is succinate. ਹੁਣ ਦੁਬਾਰਾ ਬੇਟਾ सक्सिनल CoA ਮਾਲੀਕਿਊਲ ਤੋਂ ਇਸ ਸਟੈਪ ਵਿੱਚ ਕੀ ਬਣਿਆ ਹੈ, सक्सिनल CoA ਤੋਂ सक्सिनेट ਬਣ ਗਿਆ ਹੈ। ਦਿਟ ਇਜ਼ ਦਾ 5th ਸਟੈਪ ਆਫ ਕ੍ਰੈਬਸ ਸਾਈਕਲ। ਹਰ ਸਟੈਪ 'ਤੇ ਅਸੀਂ ਦੇਖਣਾ ਹੈ ਕਿ ਕਿਹੜਾ ਮਾਲੀਕਿਊਲ ਲੂਜ਼ ਹੋ ਰਿਹਾ ਹੈ, ਕਿਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਇਵੋਲਵ ਹੋ ਰਹੀ ਹੈ। ਸੈਕਿੰਡ ਸਟੈਪ 'ਚ ਆਪਾਂ ਦੇਖੀਏ ਫਿਰ NAD ਜਿਹੜਾ ਹੈ NADH ਵਿੱਚ ਕਨਵਰਟ ਹੋ ਰਿਹਾ ਹੈ। ਪਹਿਲੇ ਵਿੱਚ ਪਿਛਲੇ ਸਟੈਪ ਵਿੱਚ ਵੀ ਐਲਫਾ ਗਲੂਟਾਰੇਟ ਜਦੋਂ ਕਨਵਰਟ ਹੋ ਰਿਹਾ ਉਸ ਤੋਂ ਬਾਅਦ ਵੀ ਇਹਦੇ ਵਿੱਚ ਵੀ NAD ਜਿਹੜਾ ਹੈ NADH ਵਿੱਚ ਕਨਵਰਟ ਹੋ ਰਿਹਾ ਹੈ। 5th ਸਟੈਪ ਵਿੱਚ ਬੇਟਾ ਧਿਆਨ ਰੱਖਣਾ ਹੈ ਕਿ GDP ਜੋ ਤੋਂ GTP ਬਣ ਰਿਹਾ ਹੈ, ਨਾਲ ਦੀ ਨਾਲ ਹੀ CoA ਜਿਹੜਾ ਹੈ ਉਹ ਤੋਂ ਰਿਮੂਵਲ ਹੋ ਰਿਹਾ ਹੈ ਅਤੇ सक्सिनेट ਵਿੱਚ सक्सिनल CoA ਜਿਹੜਾ ਹੈ सक्सिनेट ਵਿੱਚ ਕਨਵਰਟ ਹੋ ਰਿਹਾ ਹੈ। ਇਸ ਤੋਂ ਬਾਅਦ ਬੇਟੇ 6 सक्सिनेट is oxidized and fumarate is formed. 6 सक्सिनेट is oxidized and fumarate is formed. Flamin adenine
डाइन्यूक्लियोटाइड इज़ रिड्यूस्ड एंड फॉर्मेशन ऑफ FADH2 इज़ द प्रोसेस। रिडक्शन हो रही है इत्थे, रिडक्शन होके FAD जिहड़ा है कन्वर्ट हो रहा है FADH2 विच, ते साडे कोल 6 सक्सीनेट तो फिर दोबारा प्रोडक्ट जिहड़ा है फ्लेविनाइड DFAD विच जिहड़ा है रिडक्शन दी होके फिर फ्यूमरेज विच चेंज हो रहा है। फ्यूमरेज ए वाटर मालिक्यूल इज़ एडेड एंड बॉन्ड्स बिटवीन कार्बन एंड फ्यूमरेट आर रीअरेंजमेंट होंदी है तो फ्यूमरेट तो फिर दोबारा मैलेट बन जाता है। सिर्फ रीअरेंजमेंट होनी है तो और कोई एडिशन या कोई नवी फॉस्फेट ग्रुप एंड ATP एडिशन या रिमूवल नहीं हो रही है। इट्स अगला स्टैप है बेटा मैलेट डीहाइड्रोजनेज जो एक्ट करता है। मैलेट इज़ ऑक्सीडाइज फॉर्मिंग ऑक्सैलोएसीटेट द बिगनिंग सबस्ट्रेट इन द साइकिल। दैन NADH पॉजिटिव इज़ रिड्यूस टू NADH एंड H पॉजिटिव इन दिस प्रोसेस। ये की है फिर फ्यूमरेज जड़ा है मैलेट कन्वर्ट हो गया है। तो फिर दोबारा एक बार आप जिक्र देखिए सिट्रिक एसिड जड़ा है अल्फा ग्लूटैरिक एसिड कन्वर्ट होया, उस तो बाद फिर रिमूवल ऑफ कार्बन डाइऑक्साइड NADH कन्वर्ट हो रहा है, GTP कन्वर्ट होके सक्सिनिक एसिड बन रहा 4 कार्बन एटम। फिर आप इस तो बाद FAD जड़ा है FADH2 कन्वर्ट होके फिर अरेंजमेंट है ओनली रीअरेंजमेंट मैलिक एसिड 4C कन्वर्ट 4 कार्बन एटम। दैन ऑक्सैलोएसिटिक एसिड जड़ा है फिर दोबारा कन्वर्ट जो होता है मैलिक एसिड तो ऑक्सैलोएसिटिक एसिड। दैन NAD इज़ कन्वर्टेड इनटू NADH एंड H पॉजिटिव। सो बेटे ये सारी प्रोसैस विच एंड प्रोडक्ट किहड़े आने हैं। सब तो लास्ट में साढ़े कोल इत्थे आ रहा है ये मैलेट तो बाद ऑक्सैलोएसिटिक एसिड जड़ा है इतों तक फिर दोबारा सर्कल जड़ा है शुरू हो जाता है। इट्स कॉल्ड क्रेब्स साइकिल।